ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਬੜੇ ਹੀ ਮਹੱਤਵਪੂਰਨ ਪਹਿਲੂ 'ਤੇ ਗੱਲ ਕਰਨੀ ਹੈ। ਬਹੁਤ ਹੀ ਅਹਿਮ ਵਿਚਾਰ ਵਟਾਂਦਰਾ ਕਰਨਾ ਹੈ। ਬਹੁਤੀ ਵਾਰ ਹੁੰਦਾ ਕੀ ਹੈ ਕਿ ਅਸੀਂ ਪ੍ਰਮਾਤਮਾ ਨੂੰ ਇਸ ਤਰ੍ਹਾਂ ਸਮਝਦੇ ਹਾਂ ਕਿ ਪ੍ਰਮਾਤਮਾ ਸਾਡੀ ਸੁਣਦਾ ਨਹੀਂ। ਅਸੀਂ ਜੋ ਕੁਛ ਵੀ ਕਰਦੇ ਹਾਂ, ਜੋ ਕੁਛ ਵੀ ਅਸੀਂ ਚਾਹੁੰਦੇ ਹਾਂ, ਪ੍ਰਮਾਤਮਾ ਸਾਡੀ ਇੱਛਾ ਪੂਰੀ ਨਹੀਂ ਕਰਦਾ। ਅਸੀਂ ਜੋ ਕਰਦੇ ਹਾਂ ਆਪਣੇ ਵੱਲੋਂ ਤਾਂ ਠੀਕ ਕਰਨ ਦੇ ਲਈ ਕਰਦੇ ਹਾਂ, ਪਰ ਕਿਤੇ ਨਾ ਕਿਤੇ ਕੁਛ ਗਲਤ ਹੋ ਜਾਂਦਾ। ਜਿਹੜੇ ਨਤੀਜੇ ਨੇ, ਜਿਹੜੇ परिणाम ਨੇ, ਉਹ ਸਾਡੇ ਹੱਕ ਵਿੱਚ ਨਹੀਂ ਨਿਕਲਦੇ। ਅਸੀਂ ਜੋ ਚਾਹੁੰਦੇ ਹਾਂ ਉਹ ਨਹੀਂ ਹੁੰਦਾ, ਉਸ ਤੋਂ ਉਲਟ ਹੋ ਜਾਂਦਾ। ਕਈ ਵਾਰੀ ਸਾਡੇ ਨਾਲ ਇੰਨਾ ਮਾੜਾ ਵਾਪਰ ਜਾਂਦਾ ਹੈ, ਇੰਨਾ ਭੈੜਾ ਸਾਡੇ ਨਾਲ ਕੁਛ ਹੁੰਦਾ ਹੈ ਕਿ ਅਸੀਂ ਚਿਤਵਿਆ ਵੀ ਨਹੀਂ ਹੁੰਦਾ। ਅਤੇ ਉਦੋਂ ਅਸੀਂ ਪਰਮਾਤਮਾ ਨੂੰ ਇਕੱਲੇ ਬਹਿ ਕੇ ਇਹੀ ਗੱਲਬਾਤ ਕਰ ਰਹੇ ਹੁੰਦੇ ਹਾਂ ਕਿ ਪਰਮਾਤਮਾ ਹਰ ਵਾਰ ਮੇਰੇ ਨਾਲ ਹੀ ਮਾੜਾ ਕਿਉਂ ਹੁੰਦਾ? ਹਰ ਵਾਰ ਮਾੜੇ ਕੰਮ ਦੇ ਲਈ ਤੂੰ ਮੈਨੂੰ ਹੀ ਕਿਉਂ ਚੁਣਦਾ? ਮੈਂ ਤਾਂ ਕਦੀ ਕਿਸੇ ਦਾ ਵੀ ਦਿਲ ਨਹੀਂ ਦੁਖਾਇਆ, ਪਰ ਫਿਰ ਵੀ ਮੇਰੇ ਨਾਲ ਇਸ ਤਰ੍ਹਾਂ ਕਿਉਂ ਹੁੰਦਾ? ਸੋ ਇਹਨਾਂ ਸਾਰੀਆਂ ਗੱਲਾਂ ਬਾਤਾਂ ਦਾ ਆਪਾਂ ਜਵਾਬ, ਜਿੰਨੇ ਵੀ ਸਾਡੇ ਮਨ ਦੇ ਵਿੱਚ ਇਹੋ ਜਿਹੇ ਸਵਾਲ ਚੱਲਦੇ ਨੇ, ਉਹਨਾਂ ਦਾ ਜਵਾਬ ਆਪਾਂ ਅੱਜ ਦੀ ਇਸ ਘਟਨਾ ਦੇ ਰਾਹੀਂ, ਇਸ ਕਹਾਣੀ ਦੇ ਰਾਹੀਂ ਲੈਣ ਦੀ ਕੋਸ਼ਿਸ਼ ਕਰਾਂਗੇ। ਪੁਰਾਣੇ ਜ਼ਮਾਨੇ ਦੀ ਗੱਲ ਹੈ। ਇੱਕ ਨਗਰ ਦੇ ਵਿੱਚ ਇੱਕ ਕਿਸਾਨ ਪਰਿਵਾਰ ਰਹਿੰਦਾ ਸੀ। ਬਹੁਤ ਗਰੀਬੀ ਦਾ ਦੌਰ ਉਹਨਾਂ 'ਤੇ ਚੱਲ ਰਿਹਾ ਸੀ। ਇੰਨੀ ਗਰੀਬੀ ਕਿ ਹਰ ਵਾਰੀ ਉਹਨਾਂ ਨੂੰ ਘਾਟਾ ਪੈ ਜਾਇਆ ਕਰਦਾ। ਉਹਨਾਂ ਨੂੰ ਆਪਣਾ ਤੋਰੀ ਫੁਲਕਾ ਚਲਾਉਣ ਦੇ ਲਈ, ਗੁਜ਼ਰ ਬਸਰ ਕਰਨ ਦੇ ਲਈ ਕੁਛ ਨਾ ਕੁਛ ਵੇਚਣਾ ਪੈਂਦਾ ਸੀ। ਹੌਲੀ ਹੌਲੀ ਉਹ ਕੁਛ ਨਾ ਕੁਛ ਵੇਚ ਰਹੇ ਸਨ। ਕੁਛ ਨਾ ਕੁਛ ਗਹਿਣੇ ਪਾ ਦਿਆ ਕਰਦੇ, ਕਿਸੇ ਸ਼ਾਹੂਕਾਰ ਕੋਲੇ, ਕਿਸੇ ਸੇਠ ਕੋਲੇ। ਬਹੁਤ ਮਾੜਾ ਦੌਰ ਉਹਨਾਂ ਦਾ ਚੱਲ ਰਿਹਾ ਸੀ। ਇੰਨੇ ਨੂੰ ਉਹਨਾਂ ਦਾ ਪੁੱਤਰ ਜਵਾਨ ਹੋ ਗਿਆ। 20-22 ਸਾਲ ਉਸ ਦੀ ਉਮਰ ਹੋ ਗਈ ਅਤੇ ਦੋਨੋਂ ਬਜ਼ੁਰਗ ਇਸ ਜਹਾਨੋਂ ਰੁਖਸਤ ਹੋ ਗਏ। ਉਸ ਮੁੰਡੇ ਨੇ, ਜਿਹੜਾ 20-22 ਸਾਲ ਦਾ ਜਵਾਨ ਹੋਇਆ ਸੀ, ਉਸਨੇ ਠਾਣ ਲਿਆ ਸੀ, ਜਿੰਨੀ ਗਰੀਬੀ ਉਸਨੇ ਦੇਖੀ ਸੀ, ਉਸਨੇ ਸੋਚ ਲਿਆ ਸੀ ਕਿ ਮਿਹਨਤ ਕਰਨੀ ਹੈ, ਰੱਜ ਕੇ ਮਿਹਨਤ ਕਰਨੀ ਹੈ। ਚਾਹੇ ਨੀਂਦ ਮੈਨੂੰ ਘੱਟ ਆਵੇ, ਚਾਹੇ ਬਿਲਕੁਲ ਮੈਂ ਨੀਂਦ ਨੂੰ ਤਿਆਗ ਦੇਵਾਂ, ਪਰ ਮੈਂ ਮਿਹਨਤ ਕਰਨੀ ਹੈ। ਸੋ ਉਸਨੇ ਮਿਹਨਤ ਦਾ ਪੱਲਾ ਨਹੀਂ ਛੱਡਿਆ। ਉਸਨੇ ਦਿਨ ਰਾਤ ਮਿਹਨਤ ਕਰਿਆ ਕਰਨੀ। ਪਹਿਲਾਂ ਤਾਂ ਜਿਹੜਾ ਆਏ ਵਰੇ ਕੁਛ ਨਾ ਕੁਛ ਵੇਚਣਾ ਪੈਂਦਾ ਸੀ, ਉਹ ਰੁਕ ਗਿਆ। ਫਸਲ ਉਹਨੂੰ ਇੰਨੇ ਕੁ ਪੈਸੇ ਦੇ ਜਾਂਦੀ ਸੀ ਕਿ ਉਸਦਾ ਅਗਲੇ ਸਾਲ ਦੇ ਲਈ ਗੁਜ਼ਰ ਬਸਰ ਹੋ ਸਕਦਾ ਸੀ। ਸੋ ਜਿਹੜਾ ਵੇਚਣ ਵਾਲਾ ਦੌਰ ਸੀ, ਉਸ 'ਤੇ ਇੱਕ ਵਾਰੀ ਰੋਕ ਲੱਗ ਗਈ। ਫਿਰ ਉਸਨੇ ਹੋਰ ਮਿਹਨਤ ਕਰਨੀ ਸ਼ੁਰੂ ਕਰ ਦਿੱਤੀ। ਥੋੜ੍ਹੇ ਸਮੇਂ ਬਾਅਦ ਉਸਦਾ ਵਿਆਹ ਕਰ ਦਿੱਤਾ ਗਿਆ ਉਸਦੇ ਰਿਸ਼ਤੇਦਾਰਾਂ ਵੱਲੋਂ। ਸੋ ਜੋ ਉਸਨੂੰ ਘਰ ਵਾਲੀ ਮਿਲੀ, ਉਹ ਵੀ ਬਹੁਤ ਸਿਆਣੀ ਸੀ, ਬੜੇ ਵਧੀਆ ਖਾਨਦਾਨ 'ਚੋਂ ਸੀ, ਕਮਾਊ ਪਰਿਵਾਰ 'ਚੋਂ ਸੀ। ਉਸਨੇ ਵੀ ਕਮਾਈ ਕਰਿਆ ਕਰਨੀ। ਦੋਹਾਂ ਨੇ ਮਿਲ ਕੇ ਜਦੋਂ ਕਮਾਈ ਕਰਿਆ ਕਰਨੀ, ਤਾਂ ਇੱਕ ਇੱਕ ਕਰਕੇ ਜਿਹੜੀਆਂ ਉਹਨਾਂ ਨੇ ਵਸਤਾਂ, ਜਿਹੜੀਆਂ ਉਹਨਾਂ ਨੇ ਸ਼ੈਆਂ ਵੇਚੀਆਂ ਹੋਈਆਂ ਸਨ, ਉਹ ਆਪਣੇ ਘਰ ਲਈ ਉਹ ਸ਼ੈਆਂ ਦੁਬਾਰਾ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ। ਫਿਰ ਉਹਨਾਂ ਨੇ ਪੈਸੇ ਜੋੜਨੇ ਸ਼ੁਰੂ ਕਰ ਦਿੱਤੇ। ਇੱਕ ਇੱਕ ਕਰਕੇ ਸ਼ਾਹੂਕਾਰਾਂ ਕੋਲੋਂ, ਸੇਠਾਂ ਕੋਲੋਂ ਜਿਹੜੀ ਵੀ ਉਹਨਾਂ ਦੀ ਸੰਪત્ਤੀ ਸੀ, ਜਿਹੜੀ ਜ਼ਮੀਨ ਸੀ, ਉਹ ਉਹਨਾਂ ਨੇ ਵਾਪਸ ਛੁਡਵਾਉਣੀ ਸ਼ੁਰੂ ਕਰ ਦਿੱਤੀ। ਜਿਹੜੀ ਉਹਨਾਂ ਨੇ ਗਹਿਣੇ ਦਿੱਤੀ ਸੀ ਜਾਂ ਵੇਚੀ ਸੀ, ਉਹਨਾਂ ਹੌਲੀ ਹੌਲੀ ਕਰਕੇ ਉਹ ਬੰਦੋਬਸਤ ਕਰਦੇ ਗਏ। ਥੋੜ੍ਹੇ ਸਮੇਂ ਦੇ ਵਿੱਚ ਉਹ ਸੁਰਖਰੂ ਹੋ ਗਏ। ਜਿਹੜਾ ਕੁਛ ਉਹਨਾਂ ਦੇ ਪਿਓ ਦਾਦੇ ਦਾ ਸੀ, ਉਹਨਾਂ ਦੇ ਕੋਲੇ ਵਾਪਸ ਆ ਚੁੱਕਿਆ ਸੀ। ਹੁਣ ਉਹਨਾਂ ਦਾ ਇੱਕੋ ਇੱਕ ਸੁਪਨਾ ਸੀ ਕਿ ਕੱਚੇ ਘਰ ਦੇ ਵਿੱਚੋਂ ਨਿਕਲ ਕੇ ਇੱਕ ਪੱਕੇ ਘਰ ਦੇ ਵਿੱਚ ਜਾਣਾ ਅਤੇ ਐਸਾ ਘਰ ਬਣਾਵਾਂਗੇ ਜਿਹੜਾ ਦੂਰ ਦਰੇਡੇ ਤੱਕ, ਨੇੜੇ ਤੇੜੇ ਤੱਕ ਕਿਸੇ ਨੇ ਦੇਖਿਆ ਨਾ ਹੋਵੇ। ਸੋ ਉਸ ਸੁਪਨੇ ਨੂੰ ਲੈ ਕੇ ਉਹ ਦਿਨ ਰਾਤ ਕੰਮ ਕਰਦੇ ਗਏ। ਉਹਨਾਂ ਦੇ ਵੀ ਅੱਗੇ ਇੱਕ ਪੁੱਤਰ ਹੋਇਆ। ਦੋਨੋਂ ਵੇਲੇ ਉਹਨਾਂ ਨੇ ਪ੍ਰਮਾਤਮਾ ਦਾ ਸ਼ੁਕਰਾਨਾ ਕਰਿਆ ਕਰਨਾ ਕਿ ਜੋ ਅਸੀਂ ਸੋਚਦੇ ਹਾਂ, ਪ੍ਰਮਾਤਮਾ ਉਵੇਂ ਉਵੇਂ ਕਰ ਰਿਹਾ। ਜਿੰਨੀ ਅਸੀਂ ਮਿਹਨਤ ਕਰਦੇ ਹਾਂ, ਪ੍ਰਮਾਤਮਾ ਓਨੀ ਕਿਰਪਾ ਕਰ ਰਿਹਾ। ਉਹ ਕੰਮ ਕਰਦੇ ਗਏ, ਆਪਣਾ ਕੰਮ ਲਗਾਤਾਰ ਵਧਾਉਂਦੇ ਗਏ। ਪੈਸੇ ਉਹਨਾਂ ਕੋਲੇ ਆਉਂਦੇ ਗਏ, ਉਹ ਪੈਸੇ ਜੋੜਦੇ ਗਏ। ਉਹਨਾਂ ਕਦੇ ਵੀ ਫਾਲਤੂ ਖਰਚ ਨਾ ਕਰਿਆ ਕਰਨਾ, ਸਿਰਫ ਓਨਾ ਕਰਿਆ ਕਰਨਾ ਜਿੰਨੇ ਦੀ ਜ਼ਰੂਰਤ। ਬਿਲਕੁਲ ਸਾਦਾ ਜੀਵਨ ਜਿਉਂਦੇ ਰਹੇ। ਉਹਨਾਂ ਨੇ ਸੋਚਿਆ ਸੀ ਕਿ ਕਾਫੀ ਸਾਰਾ ਧਨ ਇਕੱਠਾ ਕਰਕੇ ਫਿਰ ਹੀ ਘਰ ਬਣਾਵਾਂਗੇ। ਐਸਾ ਘਰ ਬਣਾਵਾਂਗੇ ਕਿ ਰਾਜੇ ਤੱਕ ਦੇਖਣ ਆਉਣਗੇ। ਇਸੇ ਤਰੀਕੇ ਉਹਨਾਂ ਬਹੁਤ ਲੰਮਾ ਸਮਾਂ ਮਿਹਨਤ ਜਾਰੀ ਰੱਖੀ ਅਤੇ ਉਹਨਾਂ ਸਮਾਂ ਇੱਕ ਕਮਰੇ ਦੇ ਘਰ ਵਿੱਚ, ਜਿਹੜਾ ਕੱਚਾ ਘਰ ਸੀ, ਜਿਹੜਾ ਮੀਂਹ ਪਏ ਤੋਂ ਚੋ ਜਾਇਆ ਕਰਦਾ ਸੀ, ਉਹਦੇ ਵਿੱਚ ਰਹੀ। ਇੱਕ ਦਿਨ ਆਇਆ ਜਦੋਂ ਉਹਨਾਂ ਨੂੰ ਅਹਿਸਾਸ ਹੋਇਆ ਕਿ ਹੁਣ ਸਾਡੇ ਕੋਲ ਸੰਪત્ਤੀ ਇੰਨੀ ਕੁ ਆ ਗਈ ਹੈ ਕਿ ਅਸੀਂ ਇੱਕ ਨਵਾਂ ਘਰ ਵਿੱਢ ਸਕਦੇ ਹਾਂ। ਉਹਨਾਂ ਨੇ ਨਵਾਂ ਘਰ ਬਣਾਉਣਾ ਸ਼ੁਰੂ ਕਰ ਦਿੱਤਾ। ਬਹੁਤ ਸਿਆਣੇ ਮਿਸਤਰੀ ਕੋਲ ਗਏ, ਬਹੁਤ ਸਿਆਣੇ ਕਾਰੀਗਰ ਲੱਭ ਕੇ ਲਿਆਂਦੇ ਅਤੇ ਘਰ ਦੇ ਉੱਤੇ ਉਹਨਾਂ ਨੇ ਸੰਪત્ਤੀ ਲਾਉਣੀ ਸ਼ੁਰੂ ਕਰ ਦਿੱਤੀ। ਆਪਣੇ 20-25 ਸਾਲ ਦੀ ਜਿੰਨੀ ਉਹਨਾਂ ਦੀ ਕਮਾਈ ਸੀ, ਉਹਨਾਂ ਨੇ ਉੱਤੇ ਲਾਈ। ਉਹਨਾਂ ਦਾ ਸੁਪਨਾ ਸੀ ਕਿ ਅਸੀਂ ਆਪਣੇ ਪੁੱਤਰ ਦਾ ਵਿਆਹ ਨਵੇਂ ਮਹਿਲਨੁਮਾ ਘਰ ਵਿੱਚ ਜਾ ਕੇ ਬਣਾਵਾਂਗੇ। ਐਸਾ ਆਲੀਸ਼ਾਨ ਘਰ ਉਹਨਾਂ ਨੇ ਖੜ੍ਹਾ ਕਰ ਦਿੱਤਾ ਕੁਛ ਕੁ ਮਹੀਨਿਆਂ ਦੇ ਵਿੱਚ ਕਿ ਸੱਚਮੁੱਚ ਉਸ ਨੂੰ ਦੂਰੋਂ ਦੂਰੋਂ ਦੇਖਣ ਲੋਕ ਆਇਆ ਕਰਨ। ਉਹਨਾਂ ਦੀ ਸਾਰੀ ਉਮਰ ਦੀ ਸੰਪત્ਤੀ, ਸਾਰੀ ਉਮਰ ਦੀ ਕਮਾਈ ਉਸ ਘਰ ਉੱਪਰ ਲੱਗ ਚੁੱਕੀ ਸੀ। ਉਹਨਾਂ ਨੇ ਇੱਕ ਦਿਨ ਨਿਸ਼ਚਿਤ ਕਰ ਲਿਆ ਕਿ ਅਸੀਂ ਉਸ ਦਿਨ ਪੁਰਾਣੇ ਘਰ ਨੂੰ ਸਦਾ ਦੇ ਲਈ ਛੱਡ ਜਾਵਾਂਗੇ ਅਤੇ ਨਵੇਂ ਘਰ ਦੇ ਵਿੱਚ ਜਾ ਕੇ ਰਹਿਣ ਲੱਗ ਪਵਾਂਗੇ। ਸਾਰਾ ਪਰਿਵਾਰ ਬਹੁਤ ਖੁਸ਼ ਸੀ ਕਿ ਅਸੀਂ ਹੁਣ ਨਵੇਂ ਘਰ ਦੇ ਵਿੱਚ ਰਹਾਂਗੇ।
ਸਾਰੀ ਉਮਰ ਜਿਹੜੀਆਂ ਸੁੱਖ ਸੁਵਿਧਾਵਾਂ ਅਸੀਂ ਨਹੀਂ ਮਾਣੀਆਂ, ਜਿਹੜੀਆਂ ਨਹੀਂ ਭੋਗੀਆਂ, ਉਹ ਸਾਨੂੰ ਨਵੇਂ ਘਰ ਦੇ ਵਿੱਚ ਮਿਲਣਗੀਆਂ। ਬਹੁਤ ਸਾਰਾ ਕੁਝ ਜਿਹੜਾ ਅਸੀਂ ਲੋਕਾਂ ਦੇ ਘਰਾਂ ਦੇ ਵਿੱਚ ਦੇਖਦੇ ਹਾਂ, ਵੱਡੇ ਵੱਡੇ ਸੇਠਾਂ ਸ਼ਾਹੂਕਾਰਾਂ ਦੇ, ਰਾਜੇ ਮਹਾਰਾਜਿਆਂ ਦੇ ਕੋਲ ਜਿਹੜਾ ਕੁਝ ਅਸੀਂ ਦੇਖਦੇ ਸੀ, ਉਹ ਅਸੀਂ ਨਵੇਂ ਘਰ ਦੇ ਵਿੱਚ ਬਣਾ ਲਿਆ। ਹੁਣ ਅਸੀਂ ਉਹਨਾਂ ਸੁੱਖ ਸੁਵਿਧਾਵਾਂ ਦਾ ਆਨੰਦ ਮਾਣ ਸਕਾਂਗੇ ਜਿਹਦੇ ਬਾਰੇ ਅਸੀਂ ਕਦੀ ਚਿਤਵਿਆ ਵੀ ਨਹੀਂ ਸੀ, ਜਿਹਦੇ ਬਾਰੇ ਅਸੀਂ ਕਦੀ ਸੋਚਿਆ ਵੀ ਨਹੀਂ ਸੀ। ਹਰ ਰੋਜ਼ ਜਿਵੇਂ ਜਿਵੇਂ ਦਿਨ ਨੇੜੇ ਆਉਂਦੇ ਜਾਂਦੇ, ਉਹਨਾਂ ਦੀ ਖੁਸ਼ੀ ਵੱਧਦੀ ਜਾਂਦੀ। ਫਿਰ ਸਿਰਫ 2 ਦਿਨ ਪਹਿਲਾਂ ਜਦੋਂ ਉਹ ਰਾਤ ਨੂੰ ਸੁੱਤੇ, ਇੱਕ ਐਸਾ ਭਿਆਨਕ ਭੁਚਾਲ ਆਇਆ, ਝੱਖੜ ਆਇਆ, ਹਨੇਰੀ ਆਈ ਕਿ ਇਲਾਕੇ ਦੇ ਵਿੱਚ ਬਹੁਤ ਕੁਝ ਤਹਿਸ ਨਹਿਸ ਹੋ ਗਿਆ। ਵੱਡੀਆਂ ਵੱਡੀਆਂ ਇਮਾਰਤਾਂ ਡਿੱਗ ਪਈਆਂ। ਉਹਨਾਂ ਦਾ ਉਹ ਸੁਪਨਿਆਂ ਦਾ ਬਣਾਇਆ ਹੋਇਆ ਮਹਿਲਨੁਮਾ ਘਰ ਵੀ ਡਿੱਗ ਪਿਆ। ਕੱਖ ਨਹੀਂ ਬਚਿਆ, ਸਭ ਕੁਝ ਮਿੱਟੀ ਹੋ ਗਿਆ। ਦਿਨ ਚੜ੍ਹਿਆ। ਸਭ ਤੋਂ ਪਹਿਲਾਂ ਸਾਰੇ ਪਰਿਵਾਰ ਨੇ ਉੱਥੇ ਜਾਣ ਦਾ ਫੈਸਲਾ ਲਿਆ ਕਿ ਚੱਲ ਕੇ ਦੇਖਦੇ ਆ ਕਿ ਕੁਝ ਬਚਿਆ, ਕੁਝ ਹੈਗਾ ਕਿ ਸਭ ਕੁਝ ਰੁੜ ਗਿਆ। ਉੱਥੇ ਜਾ ਕੇ ਦੇਖਦੇ ਆ ਤਾਂ ਸਭ ਕੁਝ ਖਤਮ ਹੋ ਚੁੱਕਿਆ ਹੁੰਦਾ। ਕੱਲੀ ਕੱਲੀ ਚੀਜ਼ ਥੱਲੇ ਡਿੱਗੀ ਪਈ ਹੁੰਦੀ ਹੈ। ਇਸ ਤਰ੍ਹਾਂ ਲੱਗਦਾ ਹੈ ਕਿ ਪੁਰਾਣਾ ਖੰਡਰ ਵੀ ਢਾਹ ਦਿੱਤਾ ਗਿਆ ਹੋਵੇ। ਉਸ ਇਲਾਕੇ ਦੇ ਲੋਕ ਉੱਥੇ ਇਕੱਠੇ ਹੋਣੇ ਸ਼ੁਰੂ ਹੋ ਗਏ। ਇੱਥੋਂ ਤੱਕ ਕਿ ਰਾਜੇ ਕੋਲ ਵੀ ਜਦੋਂ ਖਬਰ ਪਹੁੰਚੀ, ਉਹ ਵੀ ਉੱਥੇ ਪਹੁੰਚਿਆ। ਨਗਰ ਦੇ ਮੋਹਤਵਾਰਾਂ ਨੇ ਸੋਚਿਆ ਕਿ ਉਸ ਬੰਦੇ ਨੂੰ, ਇਸ ਘਰ ਦੇ ਮੁਖੀ ਨੂੰ ਆਵਾਜ਼ ਮਾਰਦੇ ਆ, ਰਾਜੇ ਦੇ ਨਾਲ ਗੱਲਬਾਤ ਕਰੇਗਾ, ਹੋ ਸਕਦਾ ਹੈ ਕਿ ਰਾਜਾ ਕੁਛ ਨਾ ਕੁਛ ਇਹਦੀ ਮਦਦ ਕਰ ਦੇਵੇ। ਮੋਹਤਵਾਰਾਂ ਨੇ ਆਵਾਜ਼ ਮਾਰੀ। ਹੈਰਾਨ ਹੁੰਦੇ ਨੇ ਕਿ ਉਹ ਬੰਦਾ ਤਾਂ ਇੱਥੇ ਹੈ ਹੀ ਨਹੀਂ, ਉਸ ਦਾ ਪਰਿਵਾਰ ਇਸ ਥਾਂ ਤੇ ਮੌਜੂਦ ਹੈ, ਪਰ ਉਹ ਇਨਸਾਨ ਇੱਥੇ ਨਹੀਂ। ਸਾਰਿਆਂ ਨੂੰ ਸ਼ੱਕ ਵੀ ਹੋਇਆ ਕਿ ਕਿਤੇ ਉਹ ਕੋਈ ਗਲਤ ਕਦਮ ਨਾ ਪੁੱਟ ਲਵੇ। ਐਡਾ ਵੱਡਾ ਘਾਟਾ ਪੈ ਗਿਆ। ਸਾਰੀ ਜ਼ਿੰਦਗੀ ਦੀ ਜਿਹੜੀ ਪੂੰਜੀ ਹੈ, ਸੰਪਤੀ ਹੈ, ਉਸ ਦੀ ਇੱਕ ਪਲ ਦੇ ਵਿੱਚ ਨਸ਼ਟ ਹੋ ਗਈ ਹੈ। ਕਿਤੇ ਖੂਹ ਖੇੜੇ ਵੱਲ ਮੂੰਹ ਨਾ ਕਰ ਜਾਵੇ। ਪਰ ਇੰਨੇ ਦੇ ਵਿੱਚ ਜਦੋਂ ਇਹ ਕਸ਼ਮਕਸ਼ ਹਰ ਇੱਕ ਬੰਦੇ ਦੇ ਦਿਮਾਗ ਵਿੱਚ ਚੱਲ ਰਹੀ ਸੀ, ਉਹ ਦੇਖਦੇ ਨੇ ਕਿ ਉਹ ਇਨਸਾਨ ਮਠਿਆਈਆਂ ਦੇ ਲਿਫਾਫੇ ਭਰੀ ਹੋਈ ਉਹਨਾਂ ਵੱਲ ਆ ਰਿਹਾ। ਬੜੇ ਹੈਰਾਨ ਉਸਨੇ ਆ ਕੇ ਮਠਿਆਈਆਂ ਵੰਡਣੀਆਂ ਸ਼ੁਰੂ ਕਰ ਦਿੱਤੀਆਂ, ਤਕਸੀਮ ਕਰਨੀਆਂ ਸ਼ੁਰੂ ਕਰ ਦਿੱਤੀਆਂ। ਮਠਿਆਈ ਵੰਡਦਾ ਵੰਡਦਾ ਉਹ ਮੋਹਤਬਾਰਾਂ ਦੇ ਕੋਲ ਦੀ ਰਾਜੇ ਕੋਲ ਆਣ ਪਹੁੰਚਾ। ਸਭ ਸਿਆਣੇ ਲੋਕ ਉੱਥੇ ਹੀ ਆ ਗਏ ਰਾਜੇ ਦੇ ਕੋਲ। ਉਹਨਾਂ ਪੁੱਛਣਾ ਸ਼ੁਰੂ ਕੀਤਾ ਕਿ ਭਾਈ, ਇਹ ਤੂੰ ਕੀ ਕਰ ਰਿਹਾ? ਤੈਨੂੰ ਕਿੱਧਰ ਦੀਆਂ ਖੁਸ਼ੀਆਂ ਨੇ? ਕਿਹੜੇ ਤੈਨੂੰ ਚਾਅ ਚੜੇ ਨੇ? ਤੇਰੀ ਤੇ ਸਾਰੀ 25-30 ਸਾਲ ਦੀ ਕਮਾਈ, ਪੂੰਜੀ, ਸਭ ਕੁਝ ਨਸ਼ਟ ਹੋ ਚੁੱਕਿਆ। ਸਾਰਾ ਕੁਝ ਤੂੰ ਇਸ ਸੁਪਨਿਆਂ ਦੇ ਘਰ ਵਿੱਚ ਝੋਕ ਦਿੱਤਾ ਸੀ ਤੇ ਤੂੰ ਖੁਸ਼ ਹੈ? ਰਾਜਾ ਵੀ ਉਸਨੂੰ ਪੁੱਛਦਾ ਕਿ ਮੈਨੂੰ ਇਸ ਤਰ੍ਹਾਂ ਲੱਗਦਾ ਕਿ ਤੈਨੂੰ ਸਦਮਾ ਲੱਗ ਗਿਆ, ਤੂੰ ਪਾਗਲ ਪੁਗਲ ਹੋ ਗਿਆ। ਅੱਗੋਂ ਉਹ ਉੱਤਰ ਦਿੰਦਾ ਹੈ ਬੜੇ ਹੀ ਸ਼ਾਂਤ ਢੰਗ ਦੇ ਨਾਲ, ਬੜੇ ਹੀ ਠਰਮੇ ਦੇ ਨਾਲ। ਕਹਿੰਦਾ, ਮੈਂ ਪ੍ਰਮਾਤਮਾ ਦਾ ਸ਼ੁਕਰਗੁਜ਼ਾਰ ਹਾਂ। ਮੈਂ ਪ੍ਰਮਾਤਮਾ ਦਾ ਧੰਨਵਾਦ ਕਰਦਾ ਕਿ ਮੇਰਾ ਘਰ ਚਾਹੇ ਨਸ਼ਟ ਹੋ ਗਿਆ, ਪਰ ਮੇਰਾ ਪਰਿਵਾਰ ਬਚ ਗਿਆ। ਸਹੀ 2 ਦਿਨਾਂ ਬਾਅਦ ਅਸੀਂ ਇੱਥੇ ਰਿਹਾਇਸ਼ ਕਰ ਲੈਣੀ ਸੀ। ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਇਹ ਮੇਰੇ ਸੁਪਨਿਆਂ ਦਾ ਘਰ ਸੀ। ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਮੇਰੀ ਸਾਰੀ ਉਮਰ ਦੀ ਜਿਹੜੀ ਪੂੰਜੀ ਸੀ, ਜਾਇਦਾਦ ਸੀ, ਸਾਰਾ ਕੁਝ ਮੈਂ ਇਹਦੇ ਵਿੱਚ ਝੋਕ ਦਿੱਤਾ। ਪਰ ਜੇ ਅਸੀਂ ਸਾਰਾ ਪਰਿਵਾਰ ਇੱਥੇ ਰਿਹਾਇਸ਼ ਕਰ ਚੁੱਕੇ ਹੁੰਦੇ ਤਾਂ ਤੁਸੀਂ ਖੁਦ ਦੱਸੋ, ਮਲਬੇ ਦੀ ਹਾਲਤ ਦੇਖ ਕੇ ਸਾਡੀਆਂ ਹੱਡੀਆਂ ਵੀ ਸ਼ਾਇਦ ਤੁਹਾਨੂੰ ਲੱਭਣੀਆਂ ਸੀ ਕਿ ਨਹੀਂ ਲੱਭਣੀਆਂ ਸੀ। ਪਰਮਾਤਮਾ ਜਾਣਦਾ। ਮੈਂ ਸ਼ੁਕਰਗੁਜ਼ਾਰ ਹਾਂ, ਮੇਰਾ ਪਰਿਵਾਰ ਵੀ ਸ਼ੁਕਰਗੁਜ਼ਾਰ ਹੈ ਕਿ ਅਸੀਂ ਸਾਰੇ ਇਕੱਠੇ ਹਾਂ। ਅਸੀਂ ਮਿਹਨਤ ਕਰਾਂਗੇ ਤੇ ਫਿਰ ਸਾਰਾ ਕੁਝ ਬਣ ਜਾਵੇਗਾ, ਪਰ ਜੇ ਅਸੀਂ ਨਾ ਰਹਿੰਦੇ ਫਿਰ। ਰਾਜਾ ਬਹੁਤ ਮੁਤਾਸਰ ਹੋਇਆ। ਰਾਜਾ ਸੱਚ ਵਿੱਚ ਬੜਾ ਖੁਸ਼ ਹੋਇਆ। ਕਹਿੰਦਾ, ਮੈਨੂੰ ਉਮੀਦ ਨਹੀਂ ਸੀ। ਮੈਂ ਇਹੋ ਜਿਹੇ ਲੋਕ ਵੇਖਿਆ ਕਿ ਜਿਨ੍ਹਾਂ ਦਾ ਥੋੜਾ ਜਿਹਾ ਨੁਕਸਾਨ ਵੀ ਹੋ ਜਾਵੇ ਤੇ ਫਿਰ ਉਹ ਸਦਮੇ ਵਿੱਚ ਚਲੇ ਜਾਂਦੇ ਨੇ। ਚਿੰਤਾ ਕਰ ਕਰਕੇ ਉਹ ਮਰਨ ਕਿਨਾਰੇ ਪਹੁੰਚ ਜਾਂਦੇ ਨੇ। ਤੇ ਇੱਕ ਤੂੰ ਹੈ, ਸਾਰੀ ਉਮਰ ਦੀ ਪੂੰਜੀ ਤੇਰੀ ਡੁੱਬ ਗਈ, ਪਰ ਤੂੰ ਠੀਕ ਠਾਕ ਹੈ। ਤੂੰ ਪਰਮਾਤਮਾ ਦਾ ਸ਼ੁਕਰਗੁਜ਼ਾਰ ਹੈ। ਤੂੰ ਪਰਮਾਤਮਾ ਦਾ ਸ਼ੁਕਰ ਕਰ ਰਿਹਾ। ਮੈਂ ਤੇਰੀ ਇਸ ਗੱਲਬਾਤ ਤੋਂ ਬੜਾ ਖੁਸ਼ ਹੋਇਆ। ਤੇਰੀ ਸੋਚ ਤੋਂ ਮੈਨੂੰ ਬੜਾ ਪ੍ਰਭਾਵਿਤ ਕੀਤਾ ਹੈ। ਇਸ ਕਰਕੇ ਮੈਂ ਤੈਨੂੰ ਆਪਣੇ ਦਰਬਾਰ ਪੱਕੇ ਤੌਰ ਤੇ ਨੌਕਰੀ ਦੇਣਾ। ਸੋ ਇਸ ਕਹਾਣੀ ਦੇ ਰਾਹੀਂ ਕਹਾਣੀਕਾਰ ਵੱਡਾ ਸੰਦੇਸ਼ ਇਹੀ ਦਿੰਦਾ ਕਿ ਜਦੋਂ ਵੀ ਕੁਝ ਹੁੰਦਾ ਹੈ ਨਾ, ਉਸ ਦੇ ਨਕਾਰਾਤਮਕ ਹਿੱਸੇ ਵੱਲ ਨਾ ਜਾਓ, ਸਕਾਰਾਤਮਕ ਹਿੱਸੇ ਵੱਲ ਜਾਓ। ਬਿਲਕੁਲ ਉਸ ਕਿਸਾਨ ਦੇ ਵਾਂਗ।